इंडिया में पाकिस्तान से गए हुए एक बुजुर्ग शहरी जिनका नाम श्री मनोहर लाल चोपड़ा है, उन्होंने इंडिया में एक यूट्यूब चैनल को इंटरव्यू दिया और कहा कि मैं पाकिस्तान से अपनी फैमिली के साथ आया था और पाकिस्तान में हमारा घर था, हमारा गांव था जिसका नाम था सुहावा डिलवा, ज़िला गुजरांवाला का हिस्सा है और मैं वो गांव देखना चाहता हूं। मेरी बड़ी यादें हैं उस गांव के साथ। वहां मेरे दोस्त थे और वहां पर कुछ मुस्लिम फैमिलीज़ थी जिन्होंने हमें बचाया भी था और उनका उन्होंने नाम भी लिया था। हमारी कश्मीरन भी हैं वहाँ पे और एक जो वहाँ पे डिप्टी थे, डिप्टी गुलाम मुस्तफ़ा साहब, उनका भी नाम लिया था कि वो अपनी हवेली में हमें ले गए थे क्योंकि वो उस वक्त के डिप्टी थे। तो उन्होंने कहा था आपको यहाँ रहे, आपको कोई कुछ नहीं कहेगा। तो मैंने फिर सोचा, कल भी एक मैंने वीडियो अपलोड की थी जिसमें मैंने उनको उनका घर दिखाया था, लेकिन आज फिर उनके गाँव में ही हूँ और हम बात करेंगे वहाँ पर जो उनके पुराने दोस्त संगी साथी हैं, उनके हम एज हैं, बुज़ुर्गों से बात करेंगे और कोशिश करेंगे कि फिर आज थोड़ा सा आपको गाँव का भी मंजर दिखाएं। लेकिन हम बातें करेंगे इनकी फैमिली के हवाले से कि इनको जब इस्लाम कबूल करवाया गया था तो क्या ये इनकी फैमिली के कुछ मेम्बरान फिर भी इधर रह गए थे, कितना अरसा ये इस्लाम कबूल करने के बाद भी पाकिस्तान में रहे और इंडिया नहीं गए, और उसके बाद फिर जनाब ये इंडिया जब गए तो लोगों ने फिर कैसे इनके कैंप पे जाके भी पैसे वापस किए, और फिर जो इनका एक हिंदू जो इनका एक चचा था जो मुसलमान हो चुका था, फिर जब उसका इंतकाल हुआ था तो उसको मुसलमानों के कब्रिस्तान में दफन किया जो आज भी उनकी कब्र मौजूद है। बहरहाल सुहावा डिलवा में चलते हैं और करते हैं बुजुर्गों से बातचीत। चाचा जी अस्सलाम वालेकुम। वालेकुम सलाम। चाचा जी ਨਾਂ ਤੁਹਾਡਾ ਕੀ ਹੈ? उकताब ਉਕਤਾਬ। ਵਾਲਾ ਸਾਹਿਬ ਦਾ ਨਾਂ हयात मोहम्मद ਤੇ ਦਾਦਾ ਜੀ ਦਾ ਨਾਂ मोहम्मद बूटा ਮੁਹੰਮਦ ਬੂਟਾ। ਤੇ ਅਸੀਂ ਕਿਹੜੇ ਪਿੰਡ ਬੈਠੇ ਆ? सुहावा टिलवा ਤਹਿਸੀਲ वीरा कामों की ਤੇ ਜ਼ਿਲ੍ਹਾ वीरा ਤੇ ਥਾਣਾ बांडो ਵਾਂਡੋ। ਅੱਛਾ, ਤੁਹਾਨੂੰ ਅੱਗੇ ਵੀਡੀਓ ਇੱਕ ਬਾਰੇ ਦੱਸਿਆ ਸੀ, ਤੁਹਾਡੇ ਪਿੰਡ ਦੇ ਸਨ ਇੱਕ ਹਿੰਦੂ ਖਾਨਦਾਨ ਸੀ ਤੇ ਉਹਨਾਂ ਦੇ ਬਾਰੇ ਦੇ ਵਿੱਚ, ਤੇ ਤੁਸੀਂ ਕੀ ਜਾਣਦੇ ਹੋ ਉਹਨਾਂ ਦੇ ਬਾਰੇ ਦੇ ਵਿੱਚ? ਸਾਡੇ ਗੁਆਂਢੀ ਹੁੰਦੇ ਸਨ, ਚੰਗੇ ਸਨ। ਉਹਦਾ ਸਨ 61 ਦੇ ਵਿੱਚ ਉਹਦਾ ਅੰਮਾ ਅੱਬਾ ਵੀ ਆਇਆ ਸੀ, ਸਾਡੇ ਵਾਲੀ ਰਹੇ ਸਨ ਉਹ। ਹਾਂਜੀ, ਤੇ ਚੰਗੇ ਸਨ, ਭਲੇ ਮਨ ਸ਼ਰੀਫ ਬੰਦੇ ਸਨ। ਉਹ ਜਿਹੜੇ ਸੀ ਬਾਬਾ ਮਨੋਹਰ ਲਾਲ ਚੋਪੜਾ ਜਿਹੜੇ ਹੁਣ ਉੱਥੇ ਨੇ, ਉਹ ਤਕਰੀਬਨ ਤੁਹਾਡੇ ਹਾਣੀ ਹੋਏ ਨੇ, ਤੁਸੀਂ ਉਹਨਾਂ ਦੇ ਬਾਰੇ ਚ ਜਾਣਦੇ ਹੋ? ਜਾਣਦੇ ਆ, ਵੇਖਿਆ, ਖੇਡੇ ਹੋ ਇਕੱਠੇ ਤੋਂ ਛੋਟੇ ਹੁੰਦੇ ਆ? ਹਾਂਜੀ। ਠੀਕ ਹੈ। ਵੱਡਾ ਰਾਜ ਹੁੰਦਾ ਸੀ, ਛੋਟਾ ਮਨੋਹਰ ਹੁੰਦਾ ਸੀ। ਤੇ ਕੀ ਇਹਨਾਂ ਦੇ ਵਾਲਦ ਸਾਹਿਬ ਦਾ ਨਾਂ ਕੀ ਹੁੰਦਾ ਸੀ? ਕੇਸਰ, ਆਪਣਾ ਕੇਸਰ। ਠੀਕ ਹੈ। ਅੱਛਾ, ਇਹ ਕੀ ਕੰਮ ਸ਼ਮ ਕਰਦੇ ਸਨ ਇੱਥੇ? ਇਹਨਾਂ ਦਾ ਕੀ ਕਾਰੋਬਾਰ ਸੀ? ਇਹਨਾਂ ਦੀ ਦੁਕਾਨ ਸੀ, ਕੋਈ ਸ਼ਾਹੂਕਾਰਾ ਵੀ ਇਹਨਾਂ ਦਾ ਸੀ। ਅੱਛਾ, ਦੁਕਾਨ ਕਾਹਦੀ ਸੀ? ਕਰਿਆਨੇ ਦੀ। ਤੇ ਇਹ ਪਿੰਡ ਜਿਹੜਾ ਨਾ ਉਦੋਂ 47 ਵੇਲੇ ਕਿੱਡਾ ਕੁ ਸੀ? ਬਥੇਰਾ ਪਿੰਡ ਸੀ ਉਦੋਂ। ਤਗੜਾ ਮੋਟਾ ਪਿੰਡ ਸੀ। ਹਾਂਜੀ। ਤੇ ਹਿੰਦੂਆਂ ਦੇ ਘਰ ਕਿੰਨੇ ਸਨ ਇੱਥੇ? ਉਹ 5-4 ਘਰ ਹੀ ਸਨ। ਥੋੜੇ ਸਨ। ਮੁਸਲਮਾਨ ਬਹੁਤੇ ਸਨ? ਸਾਰੇ ਮੁਸਲਮਾਨ ਸਨ। ਸਿੱਖਾਂ ਦੇ ਵੀ ਕੋਈ ਘਰ ਹੈ ਸਨ? ਨਾ, ਕੋਈ ਘਰ ਨਹੀਂ ਸੀ। ਤੇ ਇਹ ਜਦੋਂ ਬਾਬਾ ਮਨੋਹਰ ਲਾਲ ਨੇ ਇਸ ਪਿੰਡ ਨੂੰ ਬੜਾ ਯਾਦ ਕੀਤਾ ਹੈ, ਤੇ ਉਹ ਕਹਿੰਦੇ ਸਨ ਇੱਕ ਹੁੰਦੀ ਸੀ ਅੰਮਾ ਕਸ਼ਮੀਰਨ, ਉਹਦਾ ਨਾਂ ਕੀ ਹੁੰਦਾ ਸੀ? ਉਹ ਚਾਚੀ ਸੈਨ ਬੀਬੀ। ਹਾਂ, ਠੀਕ ਹੈ, ਠੀਕ ਹੈ। ਤੇ ਉਹ ਗੁਆਂਢੀ ਸਨ? ਹਾਂਜੀ। ਠੀਕ ਹੈ। ਤੇ ਉਹ ਤੇ ਸਾਰੀ ਬਾਤ ਹੁਣ ਉਹਨਾਂ ਦੀ ਅੱਗੋਂ ਲਾਦਾਂ ਵੀ ਜਵਾਨ ਵਿਆਹੀਆਂ ਤੇ ਪੋਤਰਿਆਂ ਦੀ ਗਈਆਂ, ਆਪ ਫੌਤ ਹੋ ਗਏ। ਠੀਕ ਹੈ। ਤੇ ਇਹ ਪਿੰਡ ਵਾਲਿਆਂ ਨੇ ਕੀ ਸਲੂਕ ਕੀਤਾ ਸੀ, ਇਹ ਜਿਹੜੇ ਹਿੰਦੂ ਖਾਨਦਾਨ ਸਨ? ਅਸੀਂ ਉਦੋਂ ਛੋਟੇ ਹੁੰਦੇ ਸਾਂ, ਚੰਗਾ ਹੀ ਕੀਤਾ ਸਨ ਇਹਨਾਂ ਨਾਲ, ਤੇ ਚੰਗਾ ਹੀ ਹੋਇਆ ਸੀ। ਕੋਈ ਮਾਰਕਟਾਈ ਤੇ ਨਹੀਂ ਸੀ ਹੋਈ ਇੱਥੇ? ਨਹੀਂ, ਇਹਨਾਂ ਨਾਲ ਕੋਈ ਨਹੀਂ ਹੋਈ ਮਾਰ। ਉਦੋਂ ਸਕੂਲ ਹੁੰਦਾ ਸੀ ਇਸ ਪਿੰਡ ਦੇ ਵਿੱਚ? ਹੁੰਦਾ ਸੀ। ਕਿੰਨਵੀਂ ਤੱਕ? ਮੇਰਾ ਹੁੰਦਾ ਕੋਈ 5ਵੀਂ ਦਾ ਸੀ। ਤੇ ਹੁਣ ਹਾਈ ਸਕੂਲ। ਤੇ ਇਸ ਪਿੰਡ 'ਚ ਕੁੜੀਆਂ ਦਾ ਵੀ ਹੈ, ਮੁੰਡਿਆਂ? ਕੁੜੀਆਂ ਦਾ ਵੀ ਸਕੂਲ ਹੈ। ਤੇ ਕੋਈ ਡਿਸਪੈਂਸਰੀ ਵਗੈਰਾ ਵੀ ਹੈਗੀ ਹੈ? ਸਭ ਕੁਝ। ਅੱਛਾ, ਹਸਪਤਾਲ ਵੀ ਹੈ, ਬੰਦਿਆਂ ਵਾਲਾ ਵੀ ਹੈ। ਅੱਛਾ, ਅੱਛਾ, ਅੱਛਾ। ਵਾਹ ਜੀ ਵਾਹ। ਤੇ ਇਹ ਲਾਗੇ ਜਾ ਕੇ ਕਿਹੜੇ ਕਿਹੜੇ ਪਿੰਡ ਨੇ ਇਸ ਹਿਸਾਬੇ ਦੇ? ਮਿਰਜ਼ਾਪੁਰ, ਚੱਕੀਆਂ, ਜੱਬੋ, ਚੱਕ, ਮਾਂਗਟ, ਕਿਰਤੋ, ਭੁੰਡਲੀ, ਕੁਚਲੀ। ਵਾਹ ਜੀ ਵਾਹ। ਤੇ ਇਹ ਹੁਣ ਜਿਹੜਾ ਪਿੰਡ ਹੈ, ਹਾਂਜੀ, ਇਹ ਅੱਗੇ ਨਾਲ 47 ਵਾਲੇ ਕਿੰਨਾ ਕੁ ਵਧਿਆ? ਸਾਡੇ ਸਾਹਮਣੇ ਕੋਈ ਬਹੁਤ ਕਾਫੀ ਵਧੀਆ। ਡਬਲ ਹੋ ਗਿਆ ਕਹਿ ਸਕਦੇ ਆ ਜਾਂ ਇਸ ਤੋਂ? ਹਾਂ, ਡਬਲ ਹੀ ਖਬਰ ਲੋਕ ਕਹਿ ਸਕਦੇ ਆ, ਜਾਂ ਘੱਟ ਹੋਏਗਾ ਮਾਸਾ। ਠੀਕ ਹੈ। ਤੇ ਇਹ ਜਿਹੜੇ ਸਨ ਹਿੰਦੂ ਇੱਥੇ ਜਿਹੜੇ ਹੈਗੇ ਸਨ 47 ਵੇਲੇ, ਘਰ ਕੋਠੇ ਉਹਨਾਂ ਦੇ ਕੱਚੇ ਸਨ ਕਿ ਪੱਕੇ? ਘਰ ਪੱਕੇ ਸਨ, ਵਿੱਚ ਕੋਈ ਐਸਾ ਇੱਕ ਦੋ ਘਰ ਜਿਹਨਾਂ ਦੇ ਕੱਚੇ ਸਨ,
ਇਹਨਾਂ ਦਾ ਪੱਕਾ ਸੀ। ਇੱਕ ਹੋਰ ਸ਼ਾਹ ਸੀ ਇੱਥੇ ਗਣਪਤ ਸ਼ਾਹ, ਉਹਦਾ ਵੀ ਪੱਕਾ ਸੀ। ਪੱਕੇ ਸਨ ਵਿੱਚ ਘਰ, ਮੂਮਨ ਪੱਕੇ ਹੀ ਸਮਝੋ ਵੀ ਸੌਖੇ ਸਾਰੇ। ਤੇ ਇਹ ਕੋਈ ਜ਼ਮੀਨ ਵਾਈ ਬੂਈ ਵੀ ਕਰਦੇ ਸਨ? ਇਹਨਾਂ ਦੇ ਹੁੰਦੇ ਸਨ ਚਾਚੇ ਬਾਬੇ ਦੌਲਤ ਤੇ ਜੱਗਾ, ਤੇ ਉਹ ਕਰਦੇ ਸਨ। ਇਹਨਾਂ ਦੇ ਦੋ ਪਿਓ, ਕੇਸਰ ਤੇ ਇੱਕ ਹੀਰਾ ਹੁੰਦਾ ਸੀ। ਹੀਰਾ ਤੇ ਇੱਥੇ ਹੀ ਫੌਤ ਹੋ ਗਿਆ ਸੀ, ਤੇ ਇਹਨਾਂ ਵਾਹੀ ਨਹੀਂ ਕੀਤੀ। ਇਹਨਾਂ ਦੇ ਭਰਾ ਕਰਦੇ ਹੁੰਦੇ ਸਨ, ਉਹ ਕਰਦੇ ਹਨ ਬਾਈ। ਠੀਕ ਹੈ। 47 ਤੋਂ ਪਹਿਲਾਂ ਹਾਂਜੀ। ਤੇ ਆਪਸ ਚ ਵਸੇਵਾ ਕੈਸਾ ਸੀ ਸਾਰੇ ਪਿੰਡ ਦਾ, ਕੌਮਾਂ ਦਾ? ਸਭ ਸਲੂਕ ਸੀ ਸਾਰੇ ਸਿੱਧੇ ਸਲੂਕ ਹੈ। ਵਾਹ ਜੀ ਵਾਹ। ਤੇ ਇਹਨਾਂ ਨੂੰ ਫਿਰ ਤੁਸੀਂ ਜਦੋਂ 47 ਵੇਲੇ ਅੱਗੇ ਚੱਲੇ ਨੇ ਤੇ ਇਹਨਾਂ ਨੂੰ ਰੋਕਿਆ ਸ਼ੋਕਿਆ ਨਹੀਂ ਕਿਸੇ ਨੇ? ਨਹੀਂ, ਪਹਿਲਾਂ ਆਉਂਦੇ ਰਵੋ, ਉਹਨੇ ਰਾਹਬੰਦੀ ਸੀ, ਬਾਅਦ ਚੋਂ ਟੁਰ ਗਏ। ਠੀਕ ਹੈ, ਲੋਕਾਂ ਆਖਿਆ ਵੀ ਜਾਓ, ਕਿਸੇ ਹੱਸ ਕੇ ਹੀ ਘੱਲਿਆ ਲੋਕਾਂ, ਠੀਕ ਹੈ ਜਾਓ, ਮਤਲਬ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ? ਕੋਈ ਨੁਕਸਾਨ। ਤੇ ਅਗਰ ਉਹ ਬਜ਼ੁਰਗ ਜਿਸ ਤਰ੍ਹਾਂ ਤੁਸੀਂ ਦੱਸਿਆ ਅੱਗੇ ਵੀ ਆਏ ਨੇ, ਜੋ ਹੁਣ ਵੀ ਆਉਣਾ ਚਾਹਣ, ਬਾਬਾ ਮਨੋਹਰ ਹੀ ਆਉਣਾ ਚਾਹੁੰਦਾ, ਤੇ ਆ ਜਾਏ, ਮਿਲੋਗੇ ਫਿਰ ਜੱਫੀ ਪਾ ਕੇ? ਬਾਬੇ ਆਏ ਨੂੰ ਮਿਲਾਂਗੇ ਨਾ, ਫਿਰ ਤੇ ਇੱਕ ਮਹਿਮਾਨ ਆਉਣਾ ਨਾ। ਬਿਲਕੁਲ ਜੀ, ਇਸ ਤਰ੍ਹਾਂ ਹੀ ਗੱਲ ਹੈ। ਉਹਨਾਂ ਨੇ ਕਿਹਾ ਜੀ ਬੜਾ ਸਾਡੇ ਨਾਲ ਪਿੰਡਾਂ ਨੇ ਚੰਗਾ ਸਲੂਕ ਕੀਤਾ ਹੈ, ਅੱਜ ਅਸੀਂ ਇੱਥੇ ਜ਼ਿੰਦਾ ਸਲਾਮਤ ਬੈਠੇ ਹਾਂ ਤੇ ਪਿੰਡ ਵਾਲਿਆਂ ਦੀ ਵਜ੍ਹਾ ਨਾਲ ਬੈਠੇ ਹਾਂ। ਤੇ ਜ਼ਾਹਰੀ ਬਾਤ ਫਿਰ ਇਹ ਚੰਗਾ ਲੱਗਦਾ ਜਦੋਂ ਇਹੋ ਜਿਹੀ ਕੋਈ ਤਾਰੀਫਾਂ ਕਰਦਾ ਉੱਥੇ ਜਾ ਨਹੀਂ ਤੇ ਉਹ ਹੁਣ ਸੁਣਦਾ ਹੋਣਾ, ਉਹ ਤੂੰ ਮਨੋਹਰ ਆ ਜਾ, ਤੂੰ ਇੱਥੇ ਕੀ ਹੋਣ ਡਿਆ? ਨੌਕਰੀ ਛੱਡ ਬੈਠਾ ਤੂੰ, ਹਾਂ? ਤੇ ਆ ਜਾ, ਤੈਨੂੰ ਕੋਈ ਨਹੀਂ ਖਾਂਦਾ ਇੱਥੇ। ਉਹ ਹੀ ਪਿੰਡ ਸੁਹਾਵਾ। ਇਹ ਤੁਸੀਂ ਜਿਹੜਾ ਨਾ ਬਿਲਕੁਲ ਸਹੀ ਤਰੀਕੇ ਨਾਲ, ਜਿਸ ਤਰ੍ਹਾਂ ਕਿ ਉਹਨੂੰ ਆਵਾਜ਼ ਨਹੀਂ ਮਾਰੀ ਦੀ ਦਿਲੋਂ, ਇਹ ਤੁਸੀਂ ਉਹ ਬਾਬੇ ਮਨੋਹਰ ਨੂੰ ਆਵਾਜ਼ ਮਾਰ ਕੇ ਨਾ। ਨਹੀਂ ਤੇ ਮੈਂ ਜੀ ਆ ਜਾਵੇ, ਅਸੀਂ ਤੇ ਆਨੇ ਆ ਜਾ, ਸਾਨੂੰ ਕੀ ਇਤਰਾਜ਼ ਹੈ? ਤੇ ਅੱਛਾ, ਜਦੋਂ ਛੋਟਾ ਚੇਤਾ ਹੈ ਨਾ ਕਿ ਜਦੋਂ ਉਹਨੂੰ ਛੋਟਿਆ ਇੱਥੋਂ ਜਦੋਂ ਮਤਲਬ ਹੁੰਦਾ ਸੀ ਪਿੰਡ 'ਚ ਹੀ, ਅਸੀਂ ਨਕਸ਼ਾ ਜ਼ੇਨ ਚ ਆਉਂਦਾ ਹੈ? ਆਪਣਾ ਸਾਰਾ ਜੀ। ਸ਼ਰਾਰਤੀ ਹੁੰਦਾ ਸੀ ਕਿ ਕਿਸ ਤਰ੍ਹਾਂ ਦਾ, ਕੀ ਉਹਦਾ? ਉਦੋਂ ਛੋਟਿਆਂ ਨੂੰ ਸ਼ਰਾਰਤੀ ਕਰਨ ਆਉਣਾ ਸੀ। ਨਹੀਂ, ਮੈਂ ਹੁੰਦਾ ਨਾ ਸ਼ਰਾਰਤੀ, ਕਿ ਕੋਈ ਚੀਜ਼ ਖੋ ਖਾ ਛੜੀ, ਹਾਂਜੀ, ਕਿ ਕੋਈ ਚੀਜ਼ ਚੂਜ਼ ਖੋ ਕੇ ਖਾ ਛੜੀ। ਨਹੀਂ ਚੀਜ਼ ਤੇ ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਇਕੱਠੇ ਖੇਡਦੇ ਤੇ ਹੱਟੀ ਵੜ ਜਾਂਦੇ ਹੁੰਦੇ ਸਾਂ। ਉੱਥੋਂ ਰਿਓੜੀਆਂ ਦੇ ਬੋਝੇ ਭਰ ਲਿਆਉਣੇ, ਦੂਜੀ ਸ਼ਾਹ ਭਰ ਲਿਆਉਣੀ। ਉਹਦੇ ਪਿਓ ਕਦੀ ਸਾਨੂੰ ਡੱਕਿਆ। ਸ਼ਰਾਰਤੀ ਸ਼ਰੂਤੀ ਉਹਦੇ 6-7 ਸਾਲਾਂ ਦੇ ਹਾਂ, ਉਦੋਂ ਸ਼ਰਾਰਤੀ ਗਏ ਕੀ ਹੋਣਾ। ਚੰਗੇ ਸਨ, ਦੱਸਿਆ ਵੀ ਚੰਗੇ ਸਨ। ਵਾਹ ਜੀ ਵਾਹ, ਸਹੀ ਹੈ। ਚਲੋ ਜੀ, ਐਜ਼ ਆਪਣਾ ਚਾਚਾ ਜੀ ਸਾਡੇ ਨਾਲ ਬੈਠੇ ਨੇ, ਇਹਨਾਂ ਨੇ ਆਵਾਜ਼ ਵੀ ਮਾਰ ਦਿੱਤੀ ਹੈ ਕਿ ਬਈ ਆ ਜਾ, ਵੀ ਮਨੋਹਰ ਆ ਜਾ, ਪਿੰਡ ਤੇਰਾ। ਆਹੋ, ਥਾਂ ਜੋ ਰਲਾਉਂਦਾ ਫਿਰਦਾ ਨਾ, ਸਿੱਧਾ ਸਮਾਂ ਆ ਜਾ। ਕਦੀ ਤੂੰ ਕਿਸੇ ਪਿੰਡ ਵੀਡੀਓ ਰਲਾ ਲੈਣਾ, ਕਦੀ ਕਿਸੇ ਪਿੰਡ ਰਲਾ ਲੈਣਾ, ਤੇ ਪਿੰਡ ਹੀ ਆ ਜਾ। ਤੈਨੂੰ ਕੋਈ ਖਾਂਦਾ ਨਹੀਂ, ਕੋਈ ਹੋਰ ਵੀ ਲੈ ਆਈ ਕਿਸੇ ਨੂੰ ਨਾਲ। ਹਾਂਜੀ। ਅੱਛਾ ਅੱਛਾ। ਤੇ ਇਹਨਾਂ ਦੀ ਦੁਕਾਨ ਦੇ ਉੱਤੇ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕੀ ਕੀ ਹੁੰਦੀਆਂ ਸਨ ਉਹਦੇ ਬੱਚਿਆਂ ਵਾਲੀਆਂ? ਬਥੇਰਾ ਕੋਈ ਰਿਓੜੀਆਂ, ਮਖਾਣੇ, ਸੁਹਾਰੇ, ਬਦਾਮ, ਮੇਵੇ, ਸਭ ਕੁਝ ਹੁੰਦਾ ਸੀ। ਚੰਗੀ ਦੁਕਾਨ, ਮੋਟੀ ਸੀ। ਕਿੰਨੀਆਂ ਕੁ ਦੁਕਾਨਾਂ ਸਨ ਉਦੋਂ? 4-5 ਆਈ ਸਨ, 4 ਕੁ। ਕਿਸੇ ਮੁਸਲਮਾਨ ਦੇ ਵੀ ਆਏ ਕਿ ਸਾਰੇ ਇਹਨਾਂ ਦੀਆਂ ਹੀ ਸਨ? ਇਹਨਾਂ ਦੀਆਂ ਸਨ, ਹਿੰਦੂਆਂ ਦੀਆਂ ਹੀ? ਆਹੋ। ਅੱਛਾ, ਜ਼ਿਆਦਾ ਇਹਨਾਂ ਦੁਕਾਨਾਂ ਦੇ ਕਾਰੋਬਾਰੀ ਇਹ ਕਰਦੇ ਹੋਏ ਖੱਤਰੀ ਫਿਰ? ਹਾਂ। ਅੱਛਾ, ਤੇ ਦੁਕਾਨਾਂ ਫਿਰ ਬੰਦ ਕਰਕੇ ਟੁਰ ਗਏ ਕਿ ਖੁੱਲੀਆਂ ਛੱਡ ਗਏ? ਬੰਦ ਹੀ ਕਰਕੇ ਟੁਰ ਗਏ ਹੋਣੇ ਨੇ। ਖੁੱਲੀਆਂ ਛੱਡਣੀਆਂ ਕੀ ਸਣੇ, ਜਾਂ ਖੁੱਲੀਆਂ ਵੀ ਹੋਣਗੀਆਂ ਤਾਂ ਉਹਨਾਂ ਵਿਚਾਰੇ ਕਿਹੜੇ ਕੰਮ ਸਨ। ਤੇ ਘਰ-ਬਾਰ ਉਹ ਵੀ ਇਸ ਤਰ੍ਹਾਂ ਹੀ ਚੁਬਾਰੇ ਸਨ? ਨਹੀਂ, ਇੱਕੋ ਹੀ ਸੀ ਮੰਜ਼ਲ? ਇੱਕੋ ਮੰਨ। ਠੀਕ। ਅਸੀਂ ਵੀ ਹੁਣ ਬਾਰ-ਬਾਰ ਆਣ ਪਾਏ ਨੇ। ਉਹ ਆ ਜਰਾ ਪਿੰਡ ਦੇ ਵਿੱਚ ਨੇ, ਤੇ ਸਾਡੇ ਇੱਕ ਘਰ ਦੀ ਵਿਰਸੀ ਇਹਨਾਂ ਦੀ। ਅੱਛਾ, ਤੁਹਾਡੇ ਹਮਸਾਏ ਸਨ ਹੋਏ ਫਿਰ ਕੇ? ਹਮਸਾਏ ਸਨ। ਠੀਕ ਹੈ ਠੀਕ ਹੈ। ਤੇ ਜਿਹੜੀ ਮਾਂ ਜੀ ਹੁਸੈਨ ਬੀਬੀ ਹੋਰੀ ਨੇ, ਉਹਨਾਂ ਦੇ ਜੀਆ ਜੰਦ ਹੁਣ ਅੱਗੋਂ ਜਿਹੜੇ ਇੱਥੇ ਕਿ ਟੁਰ ਗਏ ਨੇ ਪਿੰਡੋਂ? ਨਹੀਂ, ਇੱਥੇ ਹੀ ਨੇ। ਅੱਛਾ, ਇੱਥੇ ਹੀ ਨੇ। ਮੈਂ ਹੁੰਦਾ ਨਾ ਕਈ ਫਿਰ ਟੁਰ ਜਾਂਦੇ ਨੇ। ਨਹੀਂ, ਇੱਥੇ ਹੀ ਨੇ। ਸਹੀ ਹੈ, ਠੀਕ ਹੋ ਗਿਆ। ਤੇ ਉਹ ਕੌਣ ਨੇ ਉਹਨਾਂ ਦੇ ਅੱਗੋਂ ਮੁੰਡੇ ਕਿੰਨੇ ਸਨ ਉਹਨਾਂ ਦੇ ਮਾਂ ਜੀ ਦੇ? ਮਾਂ ਜੀ ਦਾ ਆਪਣਾ ਤੇ ਕੋਈ ਨਹੀਂ ਸੀ, ਠੀਕ ਹੈ। ਤੇ ਦੂਜੇ ਆਪਣੇ ਸਭ ਦੂਜੇ ਸੀ। ਉਂਝ ਪਰਿਵਾਰ ਹੈਗਾ ਸੀ? ਆਹੋ। ਠੀਕ ਹੈ, ਸਹੀ ਹੈ। ਤੇ ਜਿਹੜਾ ਆਪਣਾ ਬਾਬਾ ਗਣਪਤ ਸ਼ਾਹ ਹੋਰੀ ਸਨ, ਉਹਨਾਂ ਦਾ ਕੀ ਕੰਮ ਸੀ? ਸ਼ਾਹੂਕਾਰ ਆ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ। ਉਹਦਾ ਵੱਡਾ ਸ਼ਾਹੂਕਾਰ ਹੈ ਇਹਨਾਂ ਦਾ। ਉਹਦੀ ਦੁਕਾਨ ਸ਼ਕਾਨ ਕੋਈ ਨਹੀਂ ਸੀ, ਉਹਦਾ ਸ਼ਾਹੂਕਾਰ ਆ।
ਇਹ ਉਹਦੀ ਧੀ ਦਾ ਹੀ ਵਿਆਹ, ਧੀ ਦੀ ਧੀ ਹੈ, ਦੋਹਤਰੀ ਹੋਈ ਗਲਮੇ ਸ਼ਾਹ ਦੀ ਦੋਹਤਰੀ ਇਹਦੇ ਵਾਲੇ, ਉਹ ਅੰਮ੍ਰਿਤਸਰ ਬੈਠੇ ਸਨ। ਹਾਂਜੀ ਅੱਛਾ, ਆਪੋ ਜੀ ਮਤਲਬ ਹੋਏ ਇਹਨਾਂ ਦੇ ਜਿਹੜੇ ਨੇ, ਹਾਂਜੀ ਕੋਈ ਰਿਸ਼ਤੇਦਾਰੀਆਂ ਵੀ। ਇਹ ਜਦ ਟੁਰ ਗਏ ਰੋਪੜ, ਉਹ ਅੰਮ੍ਰਿਤਸਰ ਬਹਿ ਗਏ ਤੇ ਫਿਰ ਇਹ ਅੰਮ੍ਰਿਤਸਰ ਵਿਆਹ ਗਿਆ। ਡਰ ਪੈ ਜਾਂਦਾ ਹੁੰਦਾ ਸੀ ਕਿ ਯਾਰ ਸਾਨੂੰ ਕੋਈ ਮਾਰ ਨਾ ਚੜੇ, ਲੇਕਿਨ ਪਿੰਡ ਵਾਲੇ ਆਖਿਆ ਸੀ ਕਿ ਤੁਹਾਨੂੰ ਕੋਈ ਨਹੀਂ ਕੁਝ ਆਂਦਾ। ਉਦੋਂ ਬਾਅਦ ਮੇਰਾ ਇਹਦਾ ਕੋਈ 6 ਮਹੀਨੇ ਖਲੋ ਕੇ ਇੱਕ ਸਿੱਖ ਕਿਤੋਂ ਆ ਗਿਆ ਸੀ ਇਸ ਪਿੰਡ ਹਾਂ, ਜ਼ਖਮੀ ਉਹ ਚਲੋ ਇੱਥੇ ਉਹ ਬੱਟਾਂ ਦਾ ਘਰ ਹੀ ਹੈ। ਉਹ ਮੁਹੰਮਦ ਹੁਸੈਨ ਜਿਹੜੀ ਬੀਬੀ ਸੀ ਨਾ, ਉਹਦਾ ਭਰਾ ਹੀ ਸੀ, ਉਹ ਹਕਮਤ ਵੀ ਕਰਦਾ ਸੀ। ਉਹਨੇ ਆਖਿਆ ਆਇਆ ਤੂੰ, ਉਹਨੇ ਫਿਰ ਮਰਹਬ ਪੱਟੀ ਉਹਨੂੰ ਕਰਨੀ। ਅੱਛਾ, ਇਸ ਪਿੰਡ ਦਾ ਨਹੀਂ ਸੀ ਸੇਖੋ ਕੋਈ? ਕਿਤੋਂ ਆ ਗਿਆ ਸਿੱਖ, ਕਿਤੋਂ ਡਰਦਾ ਜ਼ਖਮੀ ਹੋਇਆ ਕਿ ਉਹ ਮਾਰ ਖਾਂਦਾ ਖੁੰਦਾ। ਉਹ ਇੱਥੇ ਰਿਹਾ 2 ਮਹੀਨੇ 3 ਮਹੀਨੇ, ਸਹੀ ਵੀ ਹੋ ਗਿਆ ਸੀ। ਉਹਨੇ ਸਵੇਰੇ ਖੂਹ ਤੇ ਟੁਰ ਜਾਣਾ, ਸ਼ਾਮ ਨੂੰ ਆ ਜਾਣਾ। ਫਿਰ ਉਹ ਆ ਕੁਚਲੀ ਦਾ ਇੱਕ ਘਰ ਸੀ, ਉਹਨੇ ਜਾਣਾ ਸੀ ਸ਼ਾਹੂਕਾਰ ਨੇ। ਉਹਨੂੰ ਉਹਦੇ ਕਿਵੇਂ ਪਤਾ ਲੱਗਾ ਸੀ, ਉਹ ਫਿਰ ਚੁੱਪਰ ਕੋਥੇ ਨਿਕਲ ਗਿਆ। ਫਿਰ ਉਹਨਾਂ ਰਾਹ ਰਾਹ ਕੇ ਟੁਰ ਗਿਆ ਸਿੱਖ ਵੀ। ਹਾਂ, ਇਹ ਵੰਡ ਤੋਂ ਕਿੰਨੀ ਕੁ ਦੇਰ, ਕਿੰਨੇ ਕੁ ਮਹੀਨੇ ਬਾਅਦ ਦੀ ਗੱਲ ਹੈ ਅੰਦਾਜ਼ਨ? ਕੋਈ 2-4 ਮਹੀਨੇ। ਆਹੋ। ਤੇ ਇਹ ਜਿਹੜਾ ਬਾਬਾ ਮਨੋਹਰ ਲਾਲ, ਇਹਨਾਂ ਦਾ ਟੱਬਰ, ਜਦੋਂ ਸੁਣਿਆ ਇਹਨਾਂ ਦਾ ਕੋਈ ਚਾਚਾ ਇੱਥੇ ਵੀ ਇੱਥੇ ਫੌਤ ਹੋਇਆ ਸੀ, ਜਿਹੜਾ ਤੁਸੀਂ ਦੱਸਦੇ ਹੋ ਪਏ, ਕੀ ਨਾਂ ਸੀ ਉਹਦਾ? ਹੀਰਾ। ਤੇ ਉਹਨੂੰ ਉਹ ਮੁਸਲਮਾਨ ਹੋ ਗਏ ਸੀ ਨਾ ਟੱਬਰ, ਉਹਦਾ ਕੀ ਨਾਂ ਰੱਖਿਆ ਸੀ, ਕੋਈ ਚੇਤੇ ਵੇ? ਅਬਦੁੱਲਾ ਰੱਖਿਆ ਉਹਨੇ। ਅੱਛਾ, ਤੇ ਫਿਰ ਉਹ ਇੱਥੇ ਫੌਤ ਹੋ ਗਿਆ ਆਪਣੀ ਆਈ ਨਾਲ। ਆਪਣੀ ਆਈ ਤੇ ਉਹਨੂੰ ਫਿਰ ਕੀ ਕਿਸ ਤਰ੍ਹਾਂ ਦਫਨਾ ਛੜਿਆ? ਮੁਸਲਮਾਨਾਂ ਨੂੰ ਜਨਾਜ਼ਾ ਕੀਤਾ, ਸਭ ਕੁਝ ਹੋਇਆ। ਠੀਕ ਹੈ। ਤੇ ਇਹ ਜਿਹੜੇ ਬਾਕੀ ਟੱਬਰ ਸਨ, ਇਹ ਕਿੰਨੀ ਕੁ ਦੇਰ ਬਾਅਦ ਗਏ ਸਨ 47 ਤੋਂ? ਚਾਚੀ ਕੋ 5-6 ਮਹੀਨੇ ਲੰਘ ਗਏ ਹੋਣਗੇ, ਹੋਰ ਕਿੰਨੇ। ਜੋ 5-6 ਮਹੀਨੇ ਮੁਸਲਮਾਨ ਬਣ ਕੇ ਰਹੇ ਫਿਰ ਇੱਥੇ, ਹਾਂ, ਨਾਂ ਸ਼ਾਂ ਬਦਲ ਲਏ। ਬਾਬਾ ਮਨੋਹਰ ਵੀ ਕਹਿੰਦਾ ਕਿ ਮੇਰਾ ਨਾਂ ਖਲੀਲ ਰੱਖਿਆ ਸੀ। ਇੱਥੇ ਖਲੀਲ, ਇੱਕ ਖਲੀਲ ਜਮੀਲ ਭਰਾ ਹੁੰਦੇ ਸਨ, ਤੇ ਮੈਂ ਸਾਡੇ ਭਰਾਵਾਂ ਦੇ ਨਾਮ ਇਹੀ ਰੱਖੇ ਸਨ। ਹਾਂਜੀ। ਅੱਛਾ।